ਹੈਲੋ ਫਰੈਂਡਸ, ਕੱਲ੍ਹ ਦੀ ਵੀਡੀਓ ਵਿੱਚ ਅਸੀਂ ETT ਦਾ ਸਿਲੇਬਸ ਡਿਸਕਸ ਕੀਤਾ ਸੀ। ਅੱਜ ਅਸੀਂ ਉਸ ਸਿਲੇਬਸ ਨਾਲ ਰਿਲੇਟਡ ਕੰਟੈਂਟ ਦੇਖਾਂਗੇ। ਠੀਕ ਹੈ, ਅਤੇ ਸਭ ਤੋਂ ਪਹਿਲੇ ਸਾਇੰਸ ਤੋਂ ਸਟਾਰਟ ਕਰਾਂਗੇ ਔਰ ਉਹਦੇ ਵਿੱਚ ਵੀ ਅਸੀਂ ਪਹਿਲਾ ਕੈਮਿਸਟਰੀ ਦਾ ਟੋਪਿਕ ਕਰਾਂਗੇ ਅੱਜ, ਜਿਹਦੇ ਵਿੱਚ ਫਸਟ ਚੈਪਟਰ ਤੋਂ ਸਟਾਰਟ ਕਰਾਂਗੇ, ਮੈਟਰ ਇਨ ਆਰ ਸਰਾਊਂਡਿੰਗਸ। ਓਕੇ, ਸੋ ਦੇਖੋ ਸਾਡੇ ਕੋਲ ਮੈਟਰ ਇਨ ਆਰ ਸਰਾਊਂਡਿੰਗ ਵਿੱਚ ਫਸਟ ਟੋਪਿਕ ਆਪਾਂ ਲੈਣਾ ਫਿਜ਼ੀਕਲ ਨੇਚਰ ਆਫ ਮੈਟਰ, ਕਿ ਮਤਲਬ ਮੈਟਰ ਦਾ ਜਿਹੜਾ ਫਿਜ਼ੀਕਲ ਨੇਚਰ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਤਾਂ ਜੋ ਮੈਟਰ ਹੈ ਉਹ ਪਾਰਟੀਕਲਸ ਨਾਲ ਮਿਲ ਕੇ ਬਣਦਾ, ਅਤੇ ਉਹ ਵੀ ਪਾਰਟੀਕਲ ਕਿਹੜੇ ਜਿਹੜੇ ਬਹੁਤ ਜ਼ਿਆਦਾ ਸਮਾਲ ਹੋਣ। ਅਤੇ ਇਹਦੇ ਦੋ ਪੁਆਇੰਟ ਹੋ ਗਏ ਕਿ ਮੈਟਰ is made up of particle and these particles are very small. Now second topic ਕੀ ਹੈ ਇਹਦਾ, ਕਰੈਕਟਰਿਸਟਿਕਸ। ਅਤੇ ਕਰੈਕਟਰਿਸਟਿਕਸ ਕੀ ਹੈਗੀ ਹੈ ਕਿਸੇ ਵੀ ਮੈਟਰ ਦੇ, ਪਹਿਲੀ ਗੱਲ ਤਾਂ ਇਹ ਕੀ ਹੋਏਗਾ, ਸਪੇਸ ਆਕਿਊਪਾਈ ਕਰਦਾ ਹੋਏਗਾ। ਠੀਕ ਹੈ, ਕਿ ਮਤਲਬ ਜਿਹੜੇ ਪਾਰਟੀਕਲ ਆਫ ਮੈਟਰ ਹੈਗੇ ਆ ਉਹਨਾਂ ਦੇ ਵਿੱਚ ਸਪੇਸ ਹੋਏਗੀ, ਇੱਕ ਪਾਰਟੀਕਲ ਤੋਂ ਲੈ ਕੇ ਦੂਸਰੇ ਪਾਰਟੀਕਲ ਦੇ ਵਿੱਚ ਸਪੇਸ ਹੋਏਗੀ। ਔਰ ਦੂਸਰਾ ਪੁਆਇੰਟ ਹੈਗਾ ਕਿ ਇਹ ਕੀ ਕਰਨਗੇ, ਕੰਟੀਨਿਊਸਲੀ ਮੂਵਿੰਗ ਹੋਣਗੇ। ਔਰ ਥਰਡ ਹੋਏਗਾ ਕਿ ਇਹ ਅਟਰੈਕਟ ਕਰਨਗੇ ਇੱਕ ਦੂਸਰੇ ਨੂੰ। ਠੀਕ ਹੈ, ਹੁਣ ਨੈਕਸਟ ਆਪਾਂ ਦੇਖਾਂਗੇ ਕਿ ਇਹਨਾਂ ਕੁਛ ਐਗਜ਼ਾਮਪਲਸ ਦਿੱਤੀ ਹੈ, ਜਿਵੇਂ ਵਿਚ ਆਊਟ ਆਫ ਦ ਫੋਲੋਇੰਗ ਆਰ ਮੈਟਰ। ਤੁਸੀਂ ਇਹਨਾਂ ਐਗਜ਼ਾਮਪਲਸ 'ਚੋਂ ਦੇਖ ਕੇ ਦੱਸਣਾ ਕਿ ਕਿਹੜੇ ਮੈਟਰ ਹੈ ਅਤੇ ਕਿਹੜੇ ਨਹੀਂ ਹੈਗੇ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਾਰਟੀਕਲ ਸਪੇਸ ਆਕਿਊਪਾਈ ਕਰਦੇ, ਅਤੇ ਇਹਨਾਂ ਵਿੱਚ ਤੁਸੀਂ ਦੇਖ ਕੇ ਦੱਸਣਾ ਕਿ ਕਿਹੜੀ ਚੀਜ਼ਾਂ ਸਪੇਸ ਆਕਿਊਪਾਈ ਕਰਦੀਆਂ, ਜਿਵੇਂ ਏਅਰ ਹੈ, ਚੇਅਰ ਹੈ, ਲਵ, ਸਮੈਲ, ਹੇਟ, ਆਲਮੰਡਸ, ਥੋਟ, ਕੋਲਡ, ਲੈਮਨ ਵਾਟਰ ਜਾਂ ਸਮੈਲ ਆਫ ਪਰਫਿਊਮ। ਇਹ ਸਾਰੀ ਐਗਜ਼ਾਮਪਲਸ ਵਿੱਚ ਦੇਖੋ, ਇੱਕ ਚੀਜ਼ ਤਾਂ ਫਿਜ਼ੀਕਲ ਨੇਚਰ ਆਪਾਂ ਕਿਹਨੂੰ ਕਹਿ ਸਕਦੇ ਕਿ ਜਿਹਨੂੰ ਆਪਾਂ ਟੱਚ ਕਰ ਸਕੀਏ, ਅਤੇ ਕੁਛ ਹੈਗੀਆਂ ਜਿਵੇਂ ਸੈਂਸਿਸ ਨਾਲ ਬਿਲੋਂਗ ਕਰਦੇ, ਜਿਵੇਂ ਚੇਅਰ ਹੈਗੀ ਹੈ ਉਹਨੂੰ ਆਪਾਂ ਹੱਥ ਲਗਾ ਸਕਦੇ ਹਾਂ। ਠੀਕ ਹੈ, ਅਤੇ ਕੋਮਨ ਸੈਂਸ ਹੈਗਾ ਕਿ ਇਹ ਮੈਟਰ ਹੈ। ਦੂਸਰੇ ਨੰਬਰ 'ਤੇ ਏਅਰ ਹੈ ਸਾਡੇ ਕੋਲੋਂ, ਏਅਰ ਕੀ ਹੈਗੀ ਹੈ, ਹੱਥ ਤਾਂ ਨਹੀਂ ਲਗਾ ਸਕਦੇ ਆਪਾਂ ਏਅਰ ਨੂੰ, ਬਟ ਆਪਾਂ ਏਅਰ ਨੂੰ ਕਿਸੇ ਕੰਟੇਨਰ ਵਿੱਚ ਬੰਦ ਤਾਂ ਕਰ ਸਕਦੇ ਹਾਂ ਨਾ। ਜਿਵੇਂ ਫੋਰ ਐਗਜ਼ਾਮਪਲ ਆਪਾਂ ਬੈਲੂਨ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਬੈਲੂਨ ਵਿੱਚ ਏਅਰ ਫਿਲ ਕਰ ਸਕਦੇ ਹਾਂ ਆਪਾਂ, ਅਤੇ ਅਸੀਂ ਬੋਲ ਸਕਦੇ ਹਾਂ ਕਿ ਬੈਲੂਨ ਵਿੱਚ ਏਅਰ ਹੈਗੀ ਹੈ। ਇਹਦਾ ਮਤਲਬ ਬੈਲੂਨ ਦਾ ਏਰੀਆ ਜਿਹੜਾ ਹੈਗਾ, ਸਪੇਸ ਹੈ, ਉਹ ਏਅਰ ਨੇ ਕਵਰ ਕੀਤਾ ਹੋਇਆ। ਇਹਦਾ ਮਤਲਬ ਮੈਂ ਹੁਣੇ ਹੀ ਦੱਸਿਆ ਕਿ ਮੈਟਰ ਕੀ ਚੀਜ਼ ਹੈ ਜਿਹੜੀ ਸਪੇਸ ਆਕਿਊਪਾਈ ਕਰਦੀ ਹੈ। ਇਹਦਾ ਮਤਲਬ ਏਅਰ ਵੀ ਸਪੇਸ ਦਾ ਇੱਕ ਹਿੱਸਾ ਹੋ ਗਈ। ਠੀਕ ਹੈ, ਅਤੇ ਲਵ ਹੈ ਉਹ ਸੈਂਸ ਹੈ ਇੱਕ, ਉਹ ਕਿਸੇ ਟਾਈਪ ਦਾ ਮੈਟਰ ਨਹੀਂ ਹੈ। ਨਾ ਆਪਾਂ ਲਵ ਨੂੰ ਕਿਤੇ ਬੰਦ ਕਰਕੇ ਰੱਖ ਸਕਦੇ ਹਾਂ, ਨਾ ਹੱਥ ਲਗਾ ਸਕਦੇ ਹਾਂ। ਸਿਮਿਲਰਲੀ ਜਿਹੜੀ ਸਮੈਲ ਹੈਗੀ ਹੈ, ਹੁਣ ਮੈਂ ਤੁਹਾਨੂੰ ਕਿਹਾ ਏਅਰ ਔਰ ਸਮੈਲ ਦੋਨੇ ਕੰਬਾਈਨਡ ਹੈਗੀਆਂ, ਇਸ ਕਰਕੇ ਸਮੈਲ ਨੂੰ ਆਪਾਂ ਮੈਟਰ ਕੰਸੀਡਰ ਕਰ ਸਕਦੇ ਹਾਂ। ਅਗੇਨ ਹੇਟ ਹੈ, ਹੇਟ ਨੂੰ ਵੀ ਨਹੀਂ ਆਪਾਂ ਕਰ ਸਕਦੇ। ਆਲਮੰਡਸ ਦਾ ਟੱਚ ਕਰ ਸਕਦੇ ਹਾਂ, ਹੋਏਗੀ ਥੋਟ, ਨਹੀਂ ਹੋਏਗੀ। ਕੋਲਡ, ਕੋਲਡ ਦੀ ਫੀਲਿੰਗ ਲੈ ਸਕਦੇ ਹਾਂ ਕਿ ਠੰਡ ਹੈਗੀ ਹੈ ਕਿ ਨਹੀਂ ਹੈਗੀ ਹੈ, ਜਾਂ ਹੱਥ ਲਗਾ ਕੇ ਠੰਡਾ ਲੱਗ ਸਕਦਾ, ਬਟ ਇਹ ਵੀ ਕੋਈ ਸਪੇਸ ਆਕਿਊਪਾਈ ਨਹੀਂ ਕਰ ਸਕਦਾ। ਉਸ ਤੋਂ ਬਾਅਦ ਲੈਮਨ ਵਾਟਰ ਹੈ, ਉਹ ਵੀ ਸਿਮਿਲਰਲੀ ਸਾਡੇ ਕੋਲੋਂ ਅਸੀਂ ਉਹਨੂੰ ਹੱਥ ਲਗਾ ਸਕਦੇ ਹਾਂ, ਵੋਲਿਊਮ ਆਕਿਊਪਾਈ ਕਰਦਾ, ਸਪੇਸ ਆਕਿਊਪਾਈ ਕਰਦਾ। ਅਤੇ ਸਮੈਲ ਆਫ ਪਰਫਿਊਮ, ਅਗੇਨ ਸਮੈਲ ਆਫ ਪਰਫਿਊਮ, ਵੈਸੇ ਤਾਂ ਅਸੀਂ ਸਮੈਲ ਮਤਲਬ ਮੈਂ ਜਿਵੇਂ ਦੱਸਿਆ ਕਿ ਉਹ ਵੋਲਿਊਮ ਆਕਿਊਪਾਈ ਕਰਦੀ ਹੈ, ਇਸ ਕਰਕੇ ਇਹ ਵੀ ਇੱਕ ਕੀ ਹੋਏਗੀ, ਮੈਟਰ ਹੋਏਗੀ। ਨੈਕਸਟ ਪੇਜ ਵਿੱਚ ਤੁਸੀਂ ਦੇਖ ਹੀ ਸਕਦੇ ਹੋ, ਮੈਂ ਨੀਚੇ ਦਿੱਤਾ ਹੋਇਆ ਕਿ ਕਿਹੜੇ ਕਿਹੜੇ ਮੈਟਰ ਹੈਗੇ ਆ, ਜਿਹੜੇ ਨਹੀਂ ਹੈਗੇ ਉਹਨੂੰ ਲੀਵ ਕਰਤਾ ਹੋਇਆ, ਜਿਵੇਂ ਲਵ, ਹੇਟ, ਥੋਟ, ਕੋਲਡ, ਇਹ ਸਾਰੇ ਕੀ ਸੈਂਸਿਸ ਹੈਗੇ, ਔਰ ਸੈਂਸਿਸ ਜਿਹੜੀਆਂ ਕਿ ਮੈਟਰ ਨਹੀਂ ਹੈਗੀਆਂ। ਠੀਕ ਹੈ, ਇਸ ਤੋਂ ਬਾਅਦ ਅਸੀਂ ਦੇਖਾਂਗੇ ਸਟੇਟਸ ਆਫ ਮੈਟਰ ਕਿੰਨੇ ਟਾਈਪ ਦੀਆਂ ਹੋ ਸਕਦੀਆਂ, ਮਤਲਬ ਸਟੇਟ ਜਿਹੜੀਆਂ ਹੈਗੀਆਂ ਮੈਟਰ ਦੀਆਂ, 3 ਟਾਈਪ ਦੀਆਂ ਹੋ ਸਕਦੀਆਂ। ਫਸਟ ਹੈਗਾ ਸੋਲਿਡ, ਲਿਕੁਇਡ ਐਂਡ ਦੈਨ ਗੈਸਿਸ। ਠੀਕ ਹੈ, ਮਤਲਬ ਜਿਹੜੀ ਮੈਟਰ ਹੈ ਉਹ 3 ਤਰੀਕੇ ਨਾਲ ਕਲਾਸੀਫਾਈ ਕੀਤੀ ਜਾ ਸਕਦੀ ਹੈ, ਇੱਕ ਸੋਲਿਡ, ਦੂਸਰਾ ਲਿਕੁਇਡ ਐਂਡ ਤੀਸਰਾ ਗੈਸਿਸ। ਹੁਣ ਸੋਲਿਡ ਵਿੱਚ ਆਪਾਂ ਦੇਖ ਸਕਦੇ ਹਾਂ, ਜਿਵੇਂ ਕਿ ਫਸਟ ਪੁਆਇੰਟ ਹੈਗਾ ਸੋਲਿਡਸ ਆਰ ਕਲੋਜ਼ਲੀ ਪੈਕਡ, ਔਰ ਇਹਨਾਂ ਦਾ ਫੋਰਸ ਆਫ ਅਟਰੈਕਸ਼ਨ, ਇੱਥੇ FOA ਜੋ ਲਿਖਿਆ ਹੋਇਆ ਉਹ ਫੋਰਸ ਆਫ ਅਟਰੈਕਸ਼ਨ ਹੈ, ਇਹਨਾਂ ਦੀ ਬਹੁਤ ਜ਼ਿਆਦਾ ਸਟਰੋਂਗ ਹੋਏਗੀ। ਜਿਵੇਂ ਕਲੋਜ਼ਲੀ ਪੈਕਡ ਮੈਂ ਬੋਲਿਆ ਕਿ ਸੋਲਿਡ ਹੈਗੇ ਇੱਕ ਦੂਸਰੇ ਨਾਲ ਜੁੜੇ ਹੋਏ ਹੁੰਦੇ ਆ। ਠੀਕ ਹੈ, ਅਤੇ ਇਸ ਕਰਕੇ ਜਿਹੜੇ ਨਾਲ ਜੁੜੇ ਹੋਏ ਆ ਉਹਨਾਂ ਦੀ ਫੋਰਸ ਆਫ ਅਟਰੈਕਸ਼ਨ ਵੀ ਜ਼ਿਆਦਾ ਹੋਏਗੀ। ਠੀਕ ਹੈ, ਔਰ ਥਰਡ ਪੁਆਇੰਟ ਹੈ ਲੈਸ ਔਰ ਨਨ, ਅਤੇ ਇੱਥੇ ਕਾਈਨੈਟਿਕ ਐਨਰਜੀ ਤੁਸੀਂ ਲਿਖ ਸਕਦੇ ਹੋ ਕਿ ਜਿਵੇਂ ਇਹਨਾਂ ਦੀ ਕਾਈਨੈਟਿਕ ਐਨਰਜੀ ਘੱਟ ਹੁੰਦੀ ਹੈ, ਜਾਂ ਫਿਰ ਆਪਾਂ ਕਹਿ ਸਕਦੇ ਨਹੀਂ ਬਰਾਬਰ ਹੁੰਦੀ ਹੈ। ਔਰ ਚੌਥੀ ਕੀ ਹੁੰਦਾ, ਬੜਾ ਇੰਪੋਰਟੈਂਟ ਪੁਆਇੰਟ ਹੈਗਾ, ਸੋਲਿਡਸ ਦੀ ਸ਼ੇਪ ਔਰ ਵੋਲਿਊਮ ਹੁੰਦੀ ਹੈ। ਠੀਕ ਹੈ, ਡੈਫੀਨੇਟ ਸ਼ੇਪ ਔਰ ਡੈਫੀਨੇਟ ਵੋਲਿਊਮ ਹੁੰਦੀ ਹੈ ਸੋਲਿਡ ਦੀ। ਠੀਕ ਹੈ, ਔਰ ਲਿਕੁਇਡਸ ਵਿੱਚ ਦੇਖੋ ਫਸਟ ਪੁਆਇੰਟ ਹੈਗਾ
ਲੈਸ ਕਲੋਜ਼ਲੀ ਪੈਕਡ, ਮਤਲਬ ਜਿਵੇਂ ਸੋਲਿਡ ਕਲੋਜ਼ਲੀ ਪੈਕਡ ਨੇ, ਇਹ ਲੈਸ ਕਲੋਜ਼ਲੀ ਪੈਕਡ ਹੋਣਗੇ। ਔਰ ਦੂਸਰਾ ਫੋਰਸ ਆਫ ਅਟਰੈਕਸ਼ਨ ਇਹਨਾਂ ਦੀ ਕੀ ਹੋਏਗੀ, ਲੈਸ ਸਟਰੋਂਗ ਹੋਏਗੀ। ਔਰ ਤੀਸਰੀ ਕਾਈਨੈਟਿਕ ਐਨਰਜੀ ਜਿਹੜੀ ਹੈਗੀ ਹੈ ਉਹ ਮੀਡੀਓਕਰ ਹੋਏਗੀ, ਮਤਲਬ ਸੋਲਿਡ ਅਤੇ ਗੈਸਿਸ ਦੇ ਵਿੱਚ ਲਾਏ ਕਰੇਗੀ। ਔਰ ਫੋਰਥ ਕੀ ਹੈ, ਡੈਫੀਨੇਟ ਵੋਲਿਊਮ ਹੋਏਗੀ ਬਟ ਸ਼ੇਪ ਡੈਫੀਨੇਟ ਨਹੀਂ ਹੋਏਗੀ। ਮਤਲਬ ਅਗਰ ਆਪਾਂ ਪਾਣੀ ਦੀ ਗੱਲ ਕਰੀਏ, ਪਾਣੀ ਕੀ ਹੈਗਾ, ਲਿਕੁਇਡ ਹੈਗਾ। ਅਗਰ ਅਸੀਂ ਉਹਨੂੰ ਗਲਾਸ ਵਿੱਚ ਪਾਉਂਦੇ ਹਾਂ ਤਾਂ ਉਹ ਗਲਾਸ ਦੀ ਸ਼ੇਪ ਲੈ ਲੈਂਦਾ, ਔਰ ਅਗਰ ਜੱਗ 'ਚ ਪਾਉਂਦੇ ਹਾਂ ਤਾਂ ਜੱਗ ਦੀ ਸ਼ੇਪ ਲੈ ਲੈਂਦਾ। ਇਹ ਇਸ ਤਰ੍ਹਾਂ ਹੀ ਕਹਿ ਸਕਦੇ ਕਿ ਉਹਦੀ ਸ਼ੇਪ ਡੈਫੀਨੇਟ ਨਹੀਂ ਹੈਗੀ, ਕਿਉਂਕਿ ਸ਼ੇਪ ਅਸੀਂ ਜਿਸ ਵੀ ਟਾਈਪ ਦੇ ਕੰਟੇਨਰ 'ਚ ਪਾਵਾਂਗੇ ਉਹ ਉਹੀ ਰੂਪ ਲੈ ਲਏਗਾ, ਠੀਕ ਹੈ। ਬਟ ਵੋਲਿਊਮ ਡੈਫੀਨੇਟ ਹੁੰਦੀ ਹੈ ਕਿ ਮਤਲਬ ਪਾਣੀ ਹੋਏਗਾ ਤਾਂ ਸਹੀ ਵਿੱਚ, ਠੀਕ ਹੈ। ਐਂਡ ਥਰਡ ਟਾਈਪ ਹੈ ਜਿਹੜੀ ਗੈਸਿਸ, ਇਹਦੇ ਵਿੱਚ ਦੇਖੋ ਜਿਹੜੇ ਆਪਾਂ ਜਿਵੇਂ ਕਿਹਾ ਪੈਕਿੰਗ ਕਿਵੇਂ ਦੀ ਹੈਗੀ, ਅਤੇ ਇਹ ਕੀ ਹੋਣਗੇ, ਇੱਕ ਦੂਸਰੇ ਤੋਂ ਦੂਰ ਦੂਰ ਹੋਣਗੇ, ਇਸ ਕਰਕੇ ਫਾਰ ਅਪਾਰਟ ਲਿਖਤਾ। ਔਰ ਦੂਸਰਾ ਹੈਗਾ ਫੋਰਸ ਆਫ ਅਟਰੈਕਸ਼ਨ ਨਿਗਲੀਜੀਬਲ ਹੋਏਗੀ, ਨਿਗਲੀਜੀਬਲ ਨਹੀਂ ਹੋਏਗੀ, ਇਹਨਾਂ ਦੀ ਫੋਰਸ ਨਿਗਲੀਜੀਬਲ ਹੋਣੇ ਦਾ ਮਤਲਬ ਹੈ ਕਿ ਇਹ ਦੂਰ ਦੂਰ ਫੈਲੇ ਹੋਏ ਹੋਣਗੇ। ਔਰ ਥਰਡ ਕੀ ਹੈ, ਕਾਈਨੈਟਿਕ ਐਨਰਜੀ ਕੀ ਹੋਏਗੀ, ਇਹਨਾਂ ਦੀ ਮੈਕਸੀਮਮ ਹੋਏਗੀ। ਔਰ ਫੋਰਥ ਪੁਆਇੰਟ ਕੀ ਹੈਗਾ ਕਿ ਨਾ ਤਾਂ ਇਹਨਾਂ ਦੀ ਸ਼ੇਪ ਹੈਗੀ ਹੈ ਡੈਫੀਨੇਟ, ਔਰ ਨਾ ਹੀ ਵੋਲਿਊਮ ਹੈ। ਮਤਲਬ ਕਿ ਆਪਾਂ ਦੱਸ ਨਹੀਂ ਸਕਦੇ ਕਿ ਜਿਵੇਂ ਏਅਰ ਐਗਜ਼ਾਮਪਲ ਲੈ ਲਓ ਇਹਦੀ ਗੈਸ ਦੀ, ਕਿ ਏਅਰ ਦੀ ਨਾ ਤਾਂ ਅਸੀਂ ਸ਼ੇਪ ਦੱਸ ਸਕਦੇ ਹਾਂ ਔਰ ਨਾ ਹੀ ਅਸੀਂ ਵੋਲਿਊਮ ਦੱਸ ਸਕਦੇ ਹਾਂ, ਠੀਕ ਹੈ। ਕਿ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਇਸ ਰੂਮ ਦੇ ਵਿੱਚ ਕੋਈ ਪਰਟੀਕੂਲਰ ਰੂਮ ਲੈਂਦੇ ਹਾਂ ਕਿ ਇਸ ਰੂਮ ਦੇ ਵਿੱਚ ਏਅਰ ਦੀ ਸ਼ੇਪ ਕੀ ਹੈ, ਟਰੈਂਗਲ ਹੈ ਕਿ ਰੈਕਟੈਂਗਲ ਹੈ ਕਿ ਸਰਕਲ ਹੈ, ਆਪਾਂ ਨਹੀਂ ਦੱਸ ਸਕਦੇ ਕਿਉਂਕਿ ਦਿਖਾਈ ਨਹੀਂ ਦਿੰਦੀ। ਔਰ ਵੋਲਿਊਮ ਵੀ ਆਪਾਂ ਮੇਜ਼ਰ ਕਰਕੇ ਨਹੀਂ ਦੱਸ ਸਕਦੇ, ਮਤਲਬ ਅਗਰ ਤਾਂ ਪਰਟੀਕੂਲਰ ਇੰਸਟਰੂਮੈਂਟ ਸਾਡੇ ਕੋਲ ਹੈਗੇ ਫਿਰ ਤਾਂ ਦੱਸ ਸਕਦੇ ਹਾਂ। ਬਟ ਇਵੇਂ ਮੈਂ ਅਗਰ ਤੁਹਾਨੂੰ ਕਹਾਂ ਕਿ ਇੱਕ ਰੂਮ ਦੇ ਵਿੱਚ ਏਅਰ ਹੈਗੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ 1 ਕਿਲੋ ਹੈ ਕਿ 2 ਕਿਲੋ, ਨਹੀਂ ਦੱਸ ਸਕਦੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਨਾ ਤਾਂ ਆਪਾਂ ਇਹਦੀ ਸ਼ੇਪ ਦੱਸ ਸਕਦੇ ਹਾਂ ਅਤੇ ਨਾ ਹੀ ਵੋਲਿਊਮ। ਓਕੇ, ਸੋ ਇਹ ਸੀਗੇ ਇਹਨਾਂ ਦੇ ਡਿਫਰੈਂਸਿਸ ਕਿ ਕਿਸ ਤਰ੍ਹਾਂ ਨਾਲ ਆਪਾਂ ਇਹਨੂੰ ਡਿਫਾਈਨ ਕਰ ਸਕਦੇ ਹਾਂ। ਔਰ ਨੈਕਸਟ ਆਪਾਂ ਦੱਸ ਸਕਦੇ ਹਾਂ ਕਿ ਸੋਲਿਡ, ਜਿਵੇਂ ਮੈਂ ਤੁਹਾਨੂੰ ਇਹ ਡਾਇਗਰਾਮ ਵਿੱਚ ਦੱਸਿਆ ਕਿ ਸੋਲਿਡ ਨਾਲ ਨਾਲ ਜੁੜੇ ਹੋਏ ਨੇ, ਲਿਕੁਇਡ ਥੋੜ੍ਹੇ ਦੂਰ ਦੂਰ ਹੈ, ਗੈਸ ਬਿਲਕੁਲ ਹੀ ਦੂਰ ਹੈ। ਅਤੇ ਇੱਥੋਂ ਪਤਾ ਲੱਗਦਾ ਜਿਹੜੇ ਨਾਲ ਨਾਲ ਜੁੜੇ ਹੋਏ ਉਹਨਾਂ ਦੀ ਡੈਂਸਿਟੀ ਵੀ ਜ਼ਿਆਦਾ ਹੋਏਗੀ, ਦੈਟ ਮੀਨਸ ਕਿ ਇਹ ਡਿਫਿਊਜ਼ ਨਹੀਂ ਹੋ ਸਕਦੇ। ਔਰ ਦੂਸਰਾ ਲਿਕੁਇਡ ਵਿੱਚ ਕਿ ਡੈਂਸਿਟੀ ਘੱਟ ਹੈਗੀ ਹੈ ਸੋਲਿਡ ਦੇ ਕੰਪੈਰੇਟਿਵ, ਇਸ ਕਰਕੇ ਇਹ ਡਿਫਿਊਜ਼ ਹੋ ਸਕਦੇ ਆ। ਔਰ ਥਰਡ ਗੈਸਿਸ ਜਿਹੜੀਆਂ ਹੈਗੀਆਂ ਕਿ ਡੈਂਸਿਟੀ ਇਹਨਾਂ ਦੀ ਸਭ ਤੋਂ ਘੱਟ ਹੈ, ਕੈਨ ਬੀ ਈਜ਼ੀਲੀ ਡਿਫਿਊਜ਼ਡ। ਓਕੇ, ਸੋ ਡਿਫਿਊਜ਼ਡ ਦਾ ਮਤਲਬ ਹੈ ਕਿ ਇਹ ਜਿਹੜੇ ਵੀ ਮੋਲੀਕਿਊਲ ਹੈਗੇ ਆ, ਮੈਟਰ ਦੇ ਪਾਰਟੀਕਲ ਹੈਗੇ ਆ, ਇਹ ਮੂਵ ਕਰ ਸਕਦੇ ਆ, ਠੀਕ ਹੈ, ਮੂਵ ਕਰ ਸਕਦੇ ਆ ਦੂਰ ਦੂਰ ਤੱਕ। ਸੋ ਜਿਹੜੇ ਹੈ ਹੀ ਨਾਲ ਨਾਲ ਜੁੜੇ ਹੋਏ ਉਹ ਕਿਸ ਤਰ੍ਹਾਂ ਮੂਵ ਕਰਨਗੇ, ਠੀਕ ਹੈ, ਤਾਂ ਗੈਸ ਜ਼ਿਆਦਾ ਮੂਵ ਕਰ ਸਕਦੀ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਮੈਟਰ ਆਪਣੀ ਸਟੇਟ ਨੂੰ ਚੇਂਜ ਕਰ ਸਕਦੀ ਹੈ। ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਹੈਗੀ ਹੈ ਪਾਣੀ ਦੀ, ਠੀਕ ਹੈ, ਵਾਟਰ, ਜਿਸ ਨੂੰ ਆਪਾਂ H2O ਵੀ ਕਹਿੰਦੇ ਹਾਂ। ਅਤੇ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸੋਲਿਡ ਹੈਗੇ ਆ, ਮਤਲਬ ਜਿਹੜਾ ਆਈਸ ਹੈਗੀ ਹੈ ਉਹ ਸੋਲਿਡ ਹੁੰਦੀ ਹੈ, ਐਂਡ ਵਾਟਰ ਲਿਕੁਇਡ ਹੁੰਦਾ, ਅਤੇ ਵਾਟਰ ਵੇਪਰ ਗੈਸਿਸ ਹੁੰਦੀਆਂ। ਹੁਣ ਇਹ ਆਈਸ, ਵਾਟਰ ਅਤੇ ਵਾਟਰ ਵੇਪਰ ਤਿੰਨੇ ਐਗਜ਼ਾਮਪਲਸ ਕਿਹਦੀਆਂ ਹੈਗੀਆਂ, ਵਾਟਰ ਦੀਆਂ। ਮਤਲਬ ਵਾਟਰ ਤਿੰਨੇ ਸਟੇਟ ਵਿੱਚ ਐਗਜ਼ਿਸਟ ਕਰ ਸਕਦਾ, ਸੋਲਿਡ 'ਚ ਵੀ, ਲਿਕੁਇਡ 'ਚ ਵੀ, ਗੈਸ 'ਚ ਵੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਨਾ ਕਿ ਜਿਹੜੀ ਮੈਟਰ ਹੈਗੀ ਹੈ ਉਹ ਆਪਣੀ ਸਟੇਟ ਨੂੰ ਚੇਂਜ ਕਰ ਸਕਦੀ ਹੈ। ਹੁਣ ਅੱਗੇ ਨੈਕਸਟ ਇਹਦਾ ਬਹੁਤ ਇੰਪੋਰਟੈਂਟ ਟੋਪਿਕ ਹੈਗਾ ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਠੀਕ ਹੈ, ਕਿ ਟੈਂਪਰੇਚਰ ਚੇਂਜ ਕਰਨ ਨਾਲ ਮੈਟਰ 'ਚ ਕੀ ਚੇਂਜ ਆਉਂਦਾ, ਠੀਕ ਹੈ। ਅਤੇ ਹੁਣ ਆਪਾਂ ਦੇਖਾਂਗੇ ਫਸਟ ਪੁਆਇੰਟ ਇਹਦਾ ਕਿ ਜਿਸ ਤਰ੍ਹਾਂ ਹੀ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਸੋਲਿਡਸ ਦਾ, ਅਤੇ ਉਹਨਾਂ ਦੀ ਕਾਈਨੈਟਿਕ ਐਨਰਜੀ ਇਨਕਰੀਜ਼ ਹੋਏਗੀ, ਠੀਕ ਹੈ। ਅਤੇ ਜੋ ਕਾਈਨੈਟਿਕ ਐਨਰਜੀ ਇਨਕਰੀਜ਼ ਹੋਏਗੀ ਉੱਦਾਂ ਹੀ ਪਾਰਟੀਕਲਸ ਵਾਈਬਰੇਟ ਕਰਨਾ ਸਟਾਰਟ ਕਰ ਦੇਣਗੇ ਵਿਦ ਗ੍ਰੇਟਰ ਸਪੀਡ, ਠੀਕ ਹੈ। ਹੁਣ ਜਿਹੜੀ ਆਪਾਂ ਜਦੋਂ ਟੈਂਪਰੇਚਰ ਇਨਕਰੀਜ਼ ਕੀਤਾ, ਟੈਂਪਰੇਚਰ ਇਨਕਰੀਜ਼ ਹੁੰਦਾ ਅਤੇ ਹੀਟ ਐਨਰਜੀ ਵੱਧਦੀ ਹੈ। ਜਦੋਂ ਹੀਟ ਐਨਰਜੀ ਵੱਧਦੀ ਹੈ ਅਤੇ ਉਹ ਕੀ ਕਰੇਗੀ, ਫੋਰਸ ਆਫ ਅਟਰੈਕਸ਼ਨ ਜਿਹੜੀ ਪਾਰਟੀਕਲਸ ਦੇ ਵਿੱਚ ਹੋਏਗੀ ਨਾ ਉਹਨੂੰ ਐਕਸੀਡ ਕਰ ਜਾਏਗੀ। ਮਤਲਬ ਅਗਰ ਆਪਾਂ ਗੱਲ ਕਰੀਏ ਹੀਟ ਜਿਹੜੀ ਆਪਾਂ ਦਿੱਤੀ ਹੈ ਉਹ ਅਤੇ ਫੋਰਸ ਆਫ ਅਟਰੈਕਸ਼ਨ ਦੋਨਾਂ ਵਿੱਚੋਂ, ਮਤਲਬ ਆਪਾਂ ਇੰਪੋਰਟੈਂਸ ਕਿਹਨੂੰ ਦੇਣੀ ਹੈ, ਦੋਨਾਂ ਵਿੱਚੋਂ ਜ਼ਿਆਦਾ ਕੁਆਂਟਿਟੀ ਕਿਹੜੀ ਹੋ ਗਈ। ਅਤੇ ਓਬੀਅਸ ਜੀ ਗੱਲ ਹੈ ਜਿਹੜੀ ਹੀਟ ਦਿੱਤੀ ਹੈ ਉਹ ਕੀ ਕਰ ਜਾਏਗੀ, ਓਵਰਕਮ ਕਰ ਜਾਏਗੀ ਫੋਰਸ ਆਫ ਅਟਰੈਕਸ਼ਨ ਨੂੰ। ਮਤਲਬ ਪ੍ਰਾਇਓਰਿਟੀ ਕਿਹਨੂੰ ਮਿਲ ਗਈ, ਹੀਟ ਨੂੰ। ਇਸ ਕਰਕੇ ਫੋਰਥ ਪੁਆਇੰਟ ਦੇਖੋ, ਦ ਪਾਰਟੀਕਲ ਲੀਵਸ ਦੇਅਰ ਫਿਕਸਡ ਪੋਜੀਸ਼ਨ, ਪਾਰਟੀਕਲਸ ਆਪਣੀ ਫਿਕਸਡ ਪੋਜੀਸ਼ਨ ਨੂੰ ਲੀਵ ਕਰਕੇ ਮੂਵ ਕਰਨਾ ਸਟਾਰਟ ਕਰ ਦੇਣਗੇ ਕਿਉਂਕਿ ਆਪਾਂ ਹੀਟ ਦਿੱਤੀ ਹੈ, ਠੀਕ ਹੈ। ਔਰ ਫਿਫਥ ਪੁਆਇੰਟ ਦੇਖੋ, ਸਟੇਜ ਇਜ਼ ਰੀਚਡ ਵੈਨ ਦ ਸੋਲਿਡ ਮੈਲਟਸ, ਅਤੇ ਹੁਣ ਹੀਟ ਮਿਲੀ ਹੈ ਇਸ ਕਰਕੇ ਸੋਲਿਡ ਕੀ ਕਰੇਗਾ, ਹੀਟ ਮਿਲਣ ਨਾਲ ਮੈਲਟ ਕਰਨਾ ਸਟਾਰਟ ਹੋ ਜਾਏਗਾ ਅਤੇ ਕਨਵਰਟ ਹੋ ਜਾਏਗਾ ਲਿਕੁਇਡ ਸਟੇਟ ਵਿੱਚ।
ओके तो 6th पॉइंट विच इज़ वेरी वेरी इंपॉर्टेंट पॉइंट कि ਉਹ ਵਾਲਾ ਮਿਨੀਮਮ ਟੈਂਪਰੇਚਰ ਜਿਹਦੇ ਵਿੱਚ ਸੋਲਿਡ ਮੈਲਟ ਕਰਕੇ ਲਿਕੁਇਡ ਬਣਾ ਦਿੰਦਾ ਐਟ ਐਟਮੋਸਫੇਰਿਕ ਪ੍ਰੈਸ਼ਰ, ਇਹਨੂੰ ਆਪਾਂ ਕੀ ਕਹਿੰਦੇ ਆ, ਮੈਲਟਿੰਗ ਪੁਆਇੰਟ। ठीक है, इस डेफिनेशन ਨੂੰ ਤੁਸੀਂ ਯਾਦ ਕਰ ਲੈਣਾ, ਮੈਲਟਿੰਗ ਪੁਆਇੰਟ ਦੀ ਡੈਫੀਨੇਸ਼ਨ ਹੈਗੀ ਹੈ। ਹੁਣ ਨੈਕਸਟ ਡਾਇਗਰਾਮੈਟਿਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋਲਿਡਸ ਦੀ ਪੈਕਿੰਗ ਮੈਂ ਦੱਸਿਆ ਕਿ ਬਹੁਤ ਜ਼ਿਆਦਾ ਅੱਛੀ ਹੈ, ਕੰਪੈਕਟ ਹੈਗੀ ਹੈ, ਅੱਛੇ ਤਰੀਕੇ ਨਾਲ ਪੈਕ ਹੈਗੇ ਆ। ਜਦੋਂ ਆਪਾਂ ਇਹਨੂੰ ਹੀਟ ਦਿੱਤੀ ਅਤੇ ਇਹਨਾਂ ਦੇ ਵਿੱਚ ਵਾਈਬ੍ਰੇਸ਼ਨ ਹੋਣੀ ਸਟਾਰਟ ਹੋ ਗਈ। ਵਾਈਬ੍ਰੇਸ਼ਨ ਦੀ ਵਜ੍ਹਾ ਨਾਲ ਇਹਨਾਂ ਦੇ 'ਚ ਥੋੜ੍ਹੀ ਥੋੜ੍ਹੀ ਸਪੇਸਿੰਗ ਕ੍ਰੀਏਟ ਹੋਣਾ ਸਟਾਰਟ ਹੋ ਗਈ। ਸਪੇਸਿੰਗ ਆ ਗਈ ਅਤੇ ਗੈਪ ਇਨਕਰੀਜ਼ ਹੋਣਾ ਸਟਾਰਟ ਹੋ ਗਿਆ। ਠੀਕ ਹੈ, ਅਤੇ ਜਿਹਦੀ ਵਜ੍ਹਾ ਨਾਲ ਸੋਲਿਡ ਕੀ ਹੋ ਜਾਏਗਾ, ਮਤਲਬ ਮੈਲਟ ਕਰਨਾ ਸਟਾਰਟ ਕਰ ਜਾਏਗਾ, ਮਤਲਬ ਲਿਕੁਇਡ ਵਿੱਚ ਕਨਵਰਟ ਹੋਣਾ ਸਟਾਰਟ ਹੋ ਜਾਏਗਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਲਟਿੰਗ ਪੁਆਇੰਟ ਜਿਹੜਾ ਹੈਗਾ ਨਾ, ਉਹ ਡਿਪੈਂਡ ਕਰਦਾ ਫੋਰਸ ਆਫ ਅਟਰੈਕਸ਼ਨ ਅਤੇ ਪੈਕਿੰਗ 'ਤੇ। ਮਤਲਬ ਪਹਿਲੇ ਜਿਵੇਂ ਮੈਂ ਕਿਹਾ ਕਿ ਸੋਲਿਡਸ ਦੀ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੈਗੀ ਹੈ ਅਤੇ ਮੈਲਟਿੰਗ ਪੁਆਇੰਟ ਕੀ ਹੋਏਗਾ, ਜ਼ਿਆਦਾ। ਜਿੱਦਾਂ ਹੀ ਆਪਾਂ ਹੀਟ ਕੀਤਾ ਅਤੇ ਉਹਨਾਂ ਦੀ ਫੋਰਸ ਆਫ ਅਟਰੈਕਸ਼ਨ ਘੱਟ ਗਈ, ਘਟਣ ਦੇ ਨਾਲ ਉਹਨਾਂ ਦੀ ਮੈਲਟਿੰਗ ਵੱਧ ਜਾਣੀ ਹੈ। ਠੀਕ ਹੈ, ਮਤਲਬ ਜਿੰਨੀ ਅੱਛੀ ਪੈਕਿੰਗ ਓਨਾ ਜ਼ਿਆਦਾ ਮੈਲਟਿੰਗ ਪੁਆਇੰਟ। ਅਤੇ ਹੁਣ ਇਗਜ਼ਾਮਪਲ ਹੈ ਮੈਲਟਿੰਗ ਪੁਆਇੰਟ ਆਫ ਆਈਸ, ਤੁਸੀਂ ਯਾਦ ਰੱਖਣਾ 273.15 ਕੈਲਵਿਨ ਹੁੰਦਾ। ਉਸ ਤੋਂ ਬਾਅਦ ਇੱਕ ਕੁਐਸ਼ਨ ਹੈਗਾ, ਵੈਨ ਅ ਸੋਲਿਡ ਮੈਲਟਸ ਇਟਸ ਟੈਂਪਰੇਚਰ ਰਿਮੇਨ ਦਾ ਸੇਮ, ਸੋ ਵੇਅਰ ਡਜ਼ ਦਾ ਹੀਟ ਐਨਰਜੀ ਗੋ। ਮਤਲਬ ਜਿਹੜਾ ਸੋਲਿਡ ਜਦੋਂ ਮੈਲਟ ਕਰਦਾ ਅਤੇ ਉਹਦਾ ਟੈਂਪਰੇਚਰ ਸੇਮ ਰਹਿੰਦਾ, ਫਿਰ ਉਹ ਜਿਹੜੀ ਆਪਾਂ ਹੀਟ ਦਿੱਤੀ ਹੈ ਉਹ ਕਿੱਧਰ ਗਈ। ਠੀਕ ਹੈ, ਮਤਲਬ ਅਸੀਂ ਜੋ ਟੈਂਪਰੇਚਰ ਦਿੱਤਾ, ਟੈਂਪਰੇਚਰ ਦੇਣੇ ਨਾਲ ਤਾਂ ਸੋਲਿਡ ਦਾ ਟੈਂਪਰੇਚਰ ਵੀ ਵਧਣਾ ਚਾਹੀਦਾ ਸੀ, ਬਟ ਉਹ ਨਹੀਂ ਵਧਿਆ। ਇਸ ਤਰ੍ਹਾਂ ਕਿਉਂ ਹੋਇਆ? ਇਸ ਸਿੰਪਲੀ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ, ਟੈਂਪਰੇਚਰ ਕਿਸ ਤਰ੍ਹਾਂ ਇਨਕਰੀਜ਼ ਕਰ ਸਕਦੇ ਹਾਂ, ਹੀਟ ਕਰਕੇ। ਜਦੋਂ ਆਪਾਂ ਸੋਲਿਡ ਨੂੰ ਹੀਟ ਕਰਦੇ ਹਾਂ ਅਤੇ ਸਾਡੇ ਕੋਲੋਂ ਕੀ ਹੁੰਦਾ, ਸੋਲਿਡ ਮੈਲਟ ਕਰਨਾ ਸਟਾਰਟ ਹੋ ਜਾਂਦਾ। ਇੱਥੇ ਜਿਵੇਂ ਇਗਜ਼ਾਮਪਲ ਆਈਸ ਦੀ ਲੈ ਲਈਏ, ਜਦੋਂ ਹੀ ਆਪਾਂ ਹੀਟ ਦੇਵਾਂਗੇ ਤਾਂ ਆਈਸ ਮੈਲਟ ਕਰਨੀ ਸਟਾਰਟ ਹੋ ਜਾਏਗੀ। ਠੀਕ ਹੈ, ਮਤਲਬ ਜਦੋਂ ਆਈਸ ਸੀਗੀ ਅਤੇ ਉਹਦੀ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਸੀ, ਕਲੋਜ਼ਲੀ ਪੈਕਡ ਸੀ, ਬਟ ਜਦੋਂ ਆਪਾਂ ਉਹਨੂੰ ਹੀਟ ਦਿੱਤੀ ਅਤੇ ਉਹਦੀ ਹੀਟ ਐਨਰਜੀ ਓਵਰਕਮ ਕਰ ਗਈ ਅਤੇ ਉਹ ਆਈਸ ਮੈਲਟ ਹੋ ਕੇ ਲਿਕੁਇਡ ਵਿੱਚ ਕਨਵਰਟ ਹੋਣਾ ਸਟਾਰਟ ਹੋ ਗਈ। ਠੀਕ ਹੈ, ਅਤੇ ਹੁਣ ਕੁਐਸ਼ਨ ਬੇਸਿਕਲੀ ਕੀ ਸੀ ਕਿ ਜਦੋਂ ਆਪਾਂ ਸੋਲਿਡ ਨੂੰ ਮੈਲਟ ਕਰਦੇ ਹਾਂ ਅਤੇ ਟੈਂਪਰੇਚਰ ਉਹਦਾ ਸੇਮ ਰਹਿੰਦਾ, ਹਾਲਾਂਕਿ ਆਪਾਂ ਹੀਟ ਦਿੱਤੀ ਹੈ, ਟੈਂਪਰੇਚਰ ਇਨਕਰੀਜ਼ ਕਰਨਾ ਚਾਹੀਦਾ ਸੀ, ਬਟ ਟੈਂਪਰੇਚਰ ਸੇਮ ਰਹਿੰਦਾ, ਪਰ ਸੋਲਿਡ ਲਿਕੁਇਡ ਵਿੱਚ ਕਨਵਰਟ ਹੋ ਜਾਂਦਾ। ਠੀਕ ਹੈ, ਅਤੇ ਇਹਦਾ ਸਿੰਪਲ ਰੀਜ਼ਨ ਕੀ ਹੈਗਾ ਕਿ ਜਦੋਂ ਆਪਾਂ ਹੀਟ ਐਨਰਜੀ ਦਿੰਦੇ ਹਾਂ ਅਤੇ ਆਈਸ ਹੀਟ ਐਬਜ਼ੋਰਬ ਕਰ ਲੈਂਦੀ ਹੈ, ਅਤੇ ਹੀਟ ਐਬਜ਼ੋਰਬ ਕਰਕੇ ਉਹ ਲਿਕੁਇਡ 'ਚ ਕਨਵਰਟ ਕਰ ਦਿੰਦੀ ਹੈ ਆਈਸ ਨੂੰ, ਅਤੇ ਇਸ ਕਰਕੇ ਉਹਦਾ ਟੈਂਪਰੇਚਰ ਇਨਕਰੀਜ਼ ਨਹੀਂ ਹੁੰਦਾ, ਕਿਉਂਕਿ ਉਹ ਹੀਟ ਐਨਰਜੀ ਜਿਹੜੀ ਕੰਜ਼ਿਊਮ ਹੋ ਗਈ ਕਿਹਦੇ ਵਿੱਚ, ਆਈਸ ਨੂੰ ਲਿਕੁਇਡ ਵਿੱਚ ਕਨਵਰਟ ਕਰਨ ਵਿੱਚ। ਠੀਕ ਹੈ, ਮਤਲਬ ਹੀਟ ਐਨਰਜੀ ਉਹ ਜਿਹੜੀ ਹੈਗੀ ਹੈ ਕੰਜ਼ਿਊਮ ਹੋ ਚੁੱਕੀ ਹੈ ਆਲਰੇਡੀ ਟਰਾਂਜੀਸ਼ਨ ਕਰਨ ਲਈ। ਠੀਕ ਹੈ, ਟਰਾਂਜੀਸ਼ਨ ਮਤਲਬ ਸੋਲਿਡ ਟੂ ਲਿਕੁਇਡ ਕਨਵਰਟ ਕਰਨ ਲਈ। ਹੁਣ ਇਹ ਹੀਟ ਐਨਰਜੀ ਸਾਨੂੰ ਦਿਖੀ ਨਹੀਂ, ਮਤਲਬ ਕਿ ਟੈਂਪਰੇਚਰ 'ਚ ਇਨਕਰੀਜ਼ ਨਹੀਂ ਆਇਆ ਕੋਈ ਵੀ, ਇਸ ਕਰਕੇ ਉਹ ਹਿਡਨ ਐਨਰਜੀ ਸੀਗੀ। ਇਸ ਕਰਕੇ ਉਸ ਟਾਈਪ ਦੀ ਹਿਡਨ ਐਨਰਜੀ ਨੂੰ ਆਪਾਂ ਲੇਟੈਂਟ ਹੀਟ ਕਹਿੰਦੇ ਹਾਂ, ਕਿਉਂਕਿ ਹਿਡਨ ਦਾ ਮਤਲਬ ਹੀ ਲੇਟੈਂਟ ਹੁੰਦਾ। ਅਤੇ ਲੇਟੈਂਟ ਹੀਟ ਕੀ ਹੋ ਗਈ ਕਿ ਪਰਟੀਕੂਲਰ ਇੱਕ ਸੋਲਿਡ ਨੂੰ ਆਪਾਂ ਹੀਟ ਦਿੱਤੀ ਅਤੇ ਉਸ ਹੀਟ ਨਾਲ ਉਹ ਸੋਲਿਡ ਮੈਲਟ ਹੋ ਕੇ ਲਿਕੁਇਡ ਵਿੱਚ ਕਨਵਰਟ ਹੋ ਗਿਆ, ਮਤਲਬ ਉਹਦੇ ਮੀਡੀਅਮ ਦੀ ਟਰਾਂਜੀਸ਼ਨ ਹੋ ਗਈ, ਸੋਲਿਡ ਟੂ ਲਿਕੁਇਡ ਬਣ ਗਿਆ, ਬਟ ਐਨਰਜੀ ਇਨਕਰੀਜ਼ ਨਹੀਂ ਹੋਈ, ਬਸ ਐਨਰਜੀ ਯੂਜ਼ ਹੋ ਗਈ ਟਰਾਂਜੀਸ਼ਨ ਕਰਨ ਵਿੱਚ ਮੀਡੀਅਮ ਦੀ, ਮਤਲਬ ਸੋਲਿਡ ਟੂ ਲਿਕੁਇਡ ਕਨਵਰਟ ਕਰਨ ਦੀ। ਇਹੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ। ਠੀਕ ਹੈ, ਅਤੇ ਨੈਕਸਟ ਆਪਾਂ ਲੇਟੈਂਟ ਹੀਟ ਦੀ ਡੈਫੀਨੇਸ਼ਨ ਅਗਰ ਆਪਾਂ ਕਰੀਏ ਅਤੇ ਉਹਦੇ ਵਿੱਚ ਕੀ ਹੁੰਦਾ, the amount of heat energy that is required to change 1 kilogram of solid into liquid at atmospheric pressure at its melting point is known as the latent heat of fusion। ਹੁਣ ਫਿਊਜ਼ਨ ਦਾ ਮਤਲਬ ਹੁੰਦਾ ਕਿ ਸੋਲਿਡ ਲਈ ਇਹ ਵਰਡ ਯੂਜ਼ ਹੁੰਦਾ। ਫਿਊਜ਼ਨ ਮਤਲਬ ਜਦੋਂ ਆਪਾਂ ਸੋਲਿਡ ਤੋਂ ਲਿਕੁਇਡ ਜਾਂਦੇ ਹਾਂ। ਠੀਕ ਹੈ, ਅਤੇ ਇਹੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਜਦੋਂ ਵੀ ਸੋਲਿਡ ਨੂੰ ਲਿਕੁਇਡ 'ਚ ਕਨਵਰਟ ਕਰਨ ਲਈ ਜਿਹੜੀ ਹੀਟ ਲੱਗਦੀ ਹੈ ਉਹਨੂੰ ਆਪਾਂ ਲੇਟੈਂਟ ਹੀਟ ਕਹਿੰਦੇ ਹਾਂ। ਠੀਕ ਹੈ,
ਤੇ ਨੈਕਸਟ ਹੈਗਾ ਪਾਰਟੀਕਲ ਆਫ ਵਾਟਰ ਐਟ 0 ਡਿਗਰੀ ਸੈਲਸੀਅਸ have more energy as compared to particle in ice at the same temperature. That means ਆਪਾਂ ਕਹਿ ਸਕਦੇ ਹਾਂ ਕਿ ਵਾਟਰ ਦੀ એનર્ਜੀ 0 ਡਿਗਰੀ 'ਤੇ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਆਈਸ ਦੀ એનર્ਜੀ 0 ਡਿਗਰੀ ਸੈਲਸੀਅਸ 'ਤੇ। ਹੁਣ ਆਪਾਂ ਨੈਕਸਟ ਦੇਖਾਂਗੇ ਕਿ ਫਿਊਜ਼ਨ ਕਿਹਨੂੰ ਕਹਿੰਦੇ ਹੈਗੇ। ਟ੍ਰਾਂਜੀਸ਼ਨ ਸ਼ੋ ਕੀਤੀਆਂ ਹੋਈਆਂ ਮੈਂ ਤੁਹਾਨੂੰ 3 ਟਾਈਪ ਦੀਆਂ। ਫਿਊਜ਼ਨ ਕਹਿੰਦੇ ਸੋਲਿਡ ਟੂ ਲਿਕੁਇਡ ਨੂੰ ਦੀ ਕਨਵਰਜਨ ਨੂੰ। ਨੈਕਸਟ ਵੇਪਰਾਈਜੇਸ਼ਨ ਕਹਿੰਦੇ ਲਿਕੁਇਡ ਟੂ ਗੈਸ, ਜਦੋਂ ਕੋਈ ਚੀਜ਼ ਕਨਵਰਟ ਹੁੰਦੀ ਹੈ ਉਹਨੂੰ ਵੇਪਰਾਈਜੇਸ਼ਨ ਕਹਿੰਦੇ। ਦੈਨ ਸਬਲੀਮੇਸ਼ਨ ਕਿਹਨੂੰ ਕਹਿੰਦੇ, ਜਦੋਂ ਕੋਈ ਵੀ ਚੀਜ਼ ਸੋਲਿਡ ਟੂ ਡਾਇਰੈਕਟ ਗੈਸ ਫੇਸ 'ਚ ਚਲੀ ਜਾਂਦੀ ਹੈ, ਮਤਲਬ ਲਿਕੁਇਡ 'ਚ ਨਹੀਂ ਜਾਂਦੀ, ਸਿੱਧੇ ਸੋਲਿਡ ਟੂ ਗੈਸ 'ਚ ਚਲ ਜਾਂਦੀ। ਇਹਦੀ ਸਭ ਤੋਂ ਅੱਛੀ ਐਗਜ਼ਾਮਪਲ ਹੈਗੀ ਹੈ ਨੈਪਥਲੀਨ ਬੋਲਸ, ਜਿਹੜੀਆਂ ਤੁਸੀਂ ਫਿਨਾਈਲ ਦੀਆਂ ਗੋਲੀਆਂ ਰੱਖਦੇ ਹੋ ਨਾ ਕੋਈ ਚੀਜ਼ ਸਟੋਰ ਕਰਨ ਲਈ, ਠੀਕ ਹੈ, ਜਿਵੇਂ ਸਰਦੀਆਂ ਦੇ ਕੱਪੜੇ ਸਟੋਰ ਕਰਨ ਲਈ ਪੇਟੀਆਂ ਵਿੱਚ ਪਾਈ ਜਾਂਦੀ ਹੈ, ਠੀਕ ਹੈ। ਕਿਤੇ ਵੀ ਕੋਈ ਕੱਪੜਾ ਸਟੋਰ ਕਰਨਾ ਹੋਏ ਤਾਂ ਆਪਾਂ ਨੈਪਥਲੀਨ ਬੋਲਸ ਕਹਿੰਦੇ ਹੈਗੇ ਉਹਨੂੰ, ਠੀਕ ਹੈ, ਫਿਨੋਲ ਦੀਆਂ ਗੋਲੀਆਂ ਜਿਹਨੂੰ ਤੁਸੀਂ ਕਹਿ ਦਿੰਦੇ ਹੋ। ਉਹ ਸਬਲੀਮੇਸ਼ਨ ਦੀ ਐਗਜ਼ਾਮਪਲ ਹੈ। ਤੁਸੀਂ ਦੇਖਿਆ ਹੀ ਹੋਊਗਾ ਥੋੜ੍ਹੇ ਟਾਈਮ ਤੋਂ ਬਾਅਦ ਉਹ ਗੋਲੀਆਂ ਆਪਣੇ ਆਪ ਹੀ ਗਾਇਬ ਹੋ ਜਾਂਦੀਆਂ। ਉਹ ਗਾਇਬ ਨਹੀਂ ਹੁੰਦੀਆਂ, ਉਹ ਸੋਲਿਡ ਟੂ ਗੈਸ 'ਚ ਟ੍ਰਾਂਜੀਸ਼ਨ ਉਹਨਾਂ ਦੀ ਹੋ ਜਾਂਦੀ ਹੈ, ਠੀਕ ਹੈ। ਤਾਂ ਉਹ ਬੈਸਟ ਐਗਜ਼ਾਮਪਲ ਹੈ ਸਬਲੀਮੇਸ਼ਨ ਦੀ। ਨੈਕਸਟ ਆਪਾਂ ਦੇਖਾਂਗੇ ਬੋਇਲਿੰਗ ਪੁਆਇੰਟ, ਠੀਕ ਹੈ। ਬੋਇਲਿੰਗ ਪੁਆਇੰਟ ਕਿਹਨੂੰ ਕਹਿੰਦੇ ਆ, ਅਤੇ ਦ ਟੈਂਪਰੇਚਰ ਐਟ ਵਿਚ ਲਿਕੁਇਡ ਸਟਾਰਟ ਬੋਇਲਿੰਗ ਐਟ ਐਟਮੋਸਫੇਰਿਕ ਪ੍ਰੈਸ਼ਰ ਇਜ਼ ਨੋਨ ਐਜ਼ ਇਟਸ ਬੋਇਲਿੰਗ ਪੁਆਇੰਟ। ਇਹਦੀ ਡੈਫੀਨੇਸ਼ਨ ਹੈਗੀ ਹੈ, ਯਾਦ ਕਰ ਜਾਣੀ ਹੈ ਤੁਸੀਂ। ਬੋਇਲਿੰਗ ਪੁਆਇੰਟ ਕੀ ਹੈਗਾ, ਇੱਕ ਬਲਕ ਫਿਨੋਮੀਨਾ ਹੈਗਾ। ਬਲਕ ਫਿਨੋਮੀਨਾ ਇਨ ਦਾ ਸੈਂਸ ਕਿ ਜਦੋਂ ਤੱਕ ਸਾਰਾ ਕੋਈ ਵੀ ਮਟੀਰੀਅਲ ਹੈਗਾ ਪੂਰਾ ਬੋਇਲ ਨਹੀਂ ਕਰ ਜਾਏਗਾ, ਠੀਕ ਹੈ, ਤਦ ਤੱਕ ਇਵੈਪੋਰੇਸ਼ਨ ਨਹੀਂ ਹੋਏਗੀ, ਮਤਲਬ ਇਹ ਬਲਕ ਫਿਨੋਮੀਨਾ ਹੈਗਾ। ਜਿਵੇਂ ਫੋਰ ਐਗਜ਼ਾਮਪਲ ਆਪਾਂ ਵਾਟਰ ਦਾ ਦੇਖੀਏ, ਬੋਇਲਿੰਗ ਪੁਆਇੰਟ ਕਿੰਨਾ ਹੁੰਦਾ 100 ਡਿਗਰੀ ਸੈਲਸੀਅਸ। ਹੁਣ ਨੈਕਸਟ ਇੱਕ ਬੜਾ ਇੰਪੋਰਟੈਂਟ ਫਾਰਮੂਲਾ ਹੈ, ਅਗਰ ਆਪਾਂ ਡਿਗਰੀ ਸੈਲਸੀਅਸ ਨੂੰ ਕੈਲਵਿਨ 'ਚ ਕਨਵਰਟ ਕਰਨਾ ਤਾਂ ਫਾਰਮੂਲਾ ਕੀ ਹੋਏਗਾ, ਠੀਕ ਹੈ। ਕੋਈ ਵੀ ਟੈਂਪਰੇਚਰ ਜਿੱਦਾਂ ਸਪੋਜ਼ ਕਰੋ ਸਾਨੂੰ 100 ਡਿਗਰੀ ਸੈਲਸੀਅਸ ਦਿੱਤਾ, ਜਿਵੇਂ ਮੈਂ ਹੁਣੇ ਕਿਹਾ ਕਿ ਬੋਇਲਿੰਗ ਪੁਆਇੰਟ ਵਾਟਰ ਦਾ 100 ਡਿਗਰੀ ਸੈਲਸੀਅਸ ਹੈ, ਇਹਨੂੰ ਆਪਾਂ ਕੈਲਵਿਨ 'ਚ ਕਨਵਰਟ ਕਰਨਾ ਅਤੇ ਕਿਵੇਂ ਕਰ ਸਕਦੇ ਹਾਂ, ਆਪਾਂ ਇਸ ਡਿਗਰੀ ਸੈਲਸੀਅਸ ਵਿੱਚ 273 ਐਡ ਕਰ ਦੇਣਾ। ਜਦੋਂ ਆਪਾਂ 100 ਡਿਗਰੀ ਸੈਲਸੀਅਸ ਵਿੱਚ 273 ਐਡ ਕਰਾਂਗੇ ਤਾਂ 373 ਕੈਲਵਿਨ ਬਣ ਗਿਆ। ਮਤਲਬ ਇਹ ਕਨਵਰਜਨ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਕਿ 273 ਐਡ ਕਰਾਂਗੇ ਅਤੇ ਸਾਡੇ ਕੋਲੋਂ ਕੈਲਵਿਨ 'ਚ ਕਨਵਰਜਨ ਹੋ ਜਾਏਗੀ, ਠੀਕ ਹੈ। ਅਤੇ ਫਾਰਮੂਲਾ ਬਹੁਤ ਇੰਪੋਰਟੈਂਟ ਹੈਗਾ। ਇਸ ਤੋਂ ਬਾਅਦ ਨੈਕਸਟ ਟੋਪਿਕ ਆਪਾਂ ਕਰਾਂਗੇ ਚੇਂਜ ਆਫ ਪ੍ਰੈਸ਼ਰ ਦਾ ਕੀ ਇਫੈਕਟ ਹੋਏਗਾ, ਠੀਕ ਹੈ, ਮੈਟਰਸ ਦੇ ਉੱਤੇ। ਹੁਣ ਇਹਦੇ ਵਿੱਚ ਦੇਖੋ ਆਪਾਂ ਟੈਂਪਰੇਚਰ ਦਾ ਇਫੈਕਟ ਤਾਂ ਪੜ੍ਹ ਲਿਆ, ਪ੍ਰੈਸ਼ਰ ਅਤੇ ਟੈਂਪਰੇਚਰ ਦੋਵੇਂ ਹੀ ਸਬਸਟਾਂਸ ਦੀ ਸਟੇਟ ਦੱਸਣ 'ਚ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ। ਜਿਵੇਂ ਆਪਾਂ ਗੱਲ ਕਰੀਏ ਸੋਲਿਡ ਟੂ ਲਿਕੁਇਡ ਜਾਂ ਲਿਕੁਇਡ ਟੂ ਗੈਸ ਜਾਂ ਅਗੇਨ ਗੈਸ ਟੂ ਸੋਲਿਡ ਆਪਾਂ ਜਾਣਾ ਤਾਂ ਕਿਹੜੇ ਕਿਹੜੇ ਫੇਜ਼ ਟ੍ਰਾਂਜੀਸ਼ਨ ਹੁੰਦੇ ਆ, ਠੀਕ ਹੈ। ਅਤੇ ਸਭ ਤੋਂ ਪਹਿਲੇ ਤੁਸੀਂ ਦੇਖ ਹੀ ਪਾ ਰਹੇ ਹੋ ਡਾਇਗਰਾਮ ਵਿੱਚ ਕਿ ਸੋਲਿਡ ਟੂ ਲਿਕੁਇਡ ਜਾਣ ਦੀ ਪ੍ਰੋਸੈਸ ਨੂੰ ਫਿਊਜ਼ਨ ਕਹਿੰਦੇ ਆ, ਮੈਂ ਹੁਣੇ ਹੀ ਦੱਸਿਆ ਥੋੜ੍ਹੀ ਦੇਰ ਪਹਿਲੇ। ਦੈਨ ਲਿਕੁਇਡ ਟੂ ਗੈਸ ਜਾਣ ਦੀ ਪ੍ਰੋਸੈਸ ਨੂੰ ਆਪਾਂ ਵੇਪਰਾਈਜੇਸ਼ਨ ਕਹਿੰਦੇ। ਜਿੱਦਾਂ ਆਪਾਂ ਕਹਿੰਦੇ ਵਾਟਰ ਬੋਇਲ ਹੋ ਗਿਆ, ਲਿਕੁਇਡ ਬੋਇਲ ਹੋ ਗਿਆ ਅਤੇ ਉਹ ਗੈਸ 'ਚ ਕਨਵਰਟ ਹੋ ਰਿਹਾ, ਮਤਲਬ ਕਿਵੇਂ ਵੇਪਰ ਬਣ ਕੇ ਹੋ ਰਿਹਾ, ਠੀਕ ਹੈ। ਇਸ ਕਰਕੇ ਇਸ ਪ੍ਰੋਸੈਸ ਨੂੰ ਵੇਪਰਾਈਜੇਸ਼ਨ ਕਹਿਣਾ। ਐਂਡ ਦੈਨ ਗੈਸ ਹੈ, ਗੈਸ ਤੋਂ ਸੋਲਿਡ ਕਿਸ ਤਰ੍ਹਾਂ ਬਣੇਗਾ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਜਦੋਂ ਗੈਸ ਹੈਗੀ ਹੈ ਉਹ ਇਵੈਪੋਰੇਟ ਕਰਦੀ ਹੈ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਜਿਵੇਂ ਏਅਰ ਵਿੱਚ ਵਾਟਰ ਵੇਪਰਸ ਹੁੰਦੇ ਨੇ, ਠੀਕ ਹੈ, ਉਹ ਗੈਸ ਦੀ ਫੋਰਮ ਹੀ ਹੁੰਦੀ ਹੈ। ਜਦੋਂ ਉਹ ਇਵੈਪੋਰੇਟ ਕਰ ਜਾਂਦੇ ਆ, ਠੀਕ ਹੈ, ਅਤੇ ਉਹ ਕੰਡੈਂਸ ਹੋਣਾ ਸਟਾਰਟ ਹੋ ਜਾਂਦੇ ਹੌਲੀ ਹੌਲੀ, ਠੀਕ ਹੈ। ਅਤੇ ਜਦੋਂ ਗੈਸ ਕੰਡੈਂਸ ਹੁੰਦੀ ਹੈ, ਡਿਪੋਜ਼ਿਟ ਹੁੰਦੀ ਹੈ ਅਤੇ ਉਹ ਸੋਲਿਡ ਬਣਾ ਦਿੰਦੀ ਹੈ, ਠੀਕ ਹੈ। ਗੈਸ ਇਵੈਪੋਰੇਟ ਹੋਈ ਅਤੇ ਉਹਨੇ ਸੋਲਿਡ ਬਣਾ ਦਿਆ, ਕਲਾਊਡ ਦੀ ਫੋਰਮੇਸ਼ਨ ਹੋ ਗਈ, ਠੀਕ ਹੈ। ਮਤਲਬ ਗੈਸ ਸੋਲਿਡ 'ਚ ਕਨਵਰਟ ਹੋਈ ਅਤੇ ਕੀ ਹੋਇਆ, ਕਲਾਊਡ ਦੀ ਡਿਪੋਜੀਸ਼ਨ ਹੋਈ ਅਤੇ ਇਹਨੂੰ ਇਸ ਪ੍ਰੋਸੈਸ ਨੂੰ ਕੀ ਕਹਿਣਾ, ਡਿਪੋਜੀਸ਼ਨ। ਸੋ ਗੈਸ ਨੂੰ ਸੋਲਿਡ 'ਚ ਕਨਵਰਟ ਕਰਨੇ ਦੀ ਪ੍ਰੋਸੈਸ ਹੋ ਗਈ ਡਿਪੋਜੀਸ਼ਨ। ਹੁਣ ਰੈੱਡ ਪੈਨ ਦੇ ਨਾਲ ਦੇਖੋ ਤੁਸੀਂ ਓਪੋਜ਼ਿਟ ਦੱਸਿਆ ਹੋਇਆ ਮੈਂ ਕਿ ਓਪੋਜ਼ਿਸ਼ਨ ਕਿੱਦਾਂ ਇਹ ਵੇਰੀ ਕਰਨਗੀਆਂ ਸਾਰੀਆਂ ਚੀਜ਼ਾਂ। ਜਿਵੇਂ ਸੋਲਿਡ ਟੂ ਲਿਕੁਇਡ ਦੀ ਪ੍ਰੋਸੈਸ ਨੂੰ ਫਿਊਜ਼ਨ ਕਹਿੰਦੇ ਸੀ। ਦੈਨ ਲਿਕੁਇਡ ਤੋਂ ਸੋਲਿਡ ਜਾਣੇ ਨੂੰ ਕੀ ਕਹਿਣਾ, ਸੋਲਿਡੀਫਿਕੇਸ਼ਨ। ਮਤਲਬ ਅਗਰ ਪਾਣੀ ਤੋਂ ਆਈਸ ਬਣਾਉਣੀ ਹੈ ਅਤੇ ਉਹਨੂੰ ਕੀ ਕਹਿਣਾ, ਸੋਲਿਡੀਫਿਕੇਸ਼ਨ ਹੋ ਗਈ ਹੈ ਪਾਣੀ ਦੀ, ਠੀਕ ਹੈ। ਦੈਨ ਸੋਲਿਡ ਟੂ ਗੈਸ ਜਾਣਾ, ਸੋਲਿਡ ਤੋਂ ਗੈਸ ਜਾਣੇ ਦੀ ਐਗਜ਼ਾਮਪਲ ਮੈਂ ਤੁਹਾਨੂੰ ਨੈਪਥਲੀਨ ਬੋਲ ਦੱਸੀ ਹੁਣੇ, ਉਹਨੂੰ ਕੀ ਕਹਿਣਾ, ਸਬਲੀਮੇਸ਼ਨ ਕਹਿ ਦੇਣਾ, ਠੀਕ ਹੈ। ਦੈਨ ਗੈਸ ਤੋਂ ਲਿਕੁਇਡ ਜਾਣ ਦੀ ਪ੍ਰੋਸੈਸ ਨੂੰ ਆਪਾਂ ਕੀ ਕਹਿਣਾ, ਕੰਡੈਂਸੇਸ਼ਨ। ਜਦੋਂ ਗੈਸ ਲਿਕੁਇਡ 'ਚ ਕਨਵਰਟ ਹੋਈ ਅਤੇ ਉਹਨੂੰ ਕੀ ਕਹਿਣਾ, ਕੰਡੈਂਸ ਕਰ ਗਈ ਹੈਗੀ ਹੈ, ਠੀਕ ਹੈ।
तो ये सारी प्रोसैस सीगी साडे कोलों ट्रांजिशन किवें चेंज होईयां। ठीक है, इस तो बाद नैक्सट आपां करांगे इवैपोरेशन किहनूं कहंदे हैगे। ठीक है, तो इहदी डेफिनेशन देख लैंदे पहले। द फिनोमिना ऑफ चेंज ऑफ लिक्विड इनटू वेपर्स एट एनी टैंपरेचर बिलो इट्स बॉइलिंग पॉइंट इज़ कॉल्ड इवैपोरेशन। मतलब लिक्विड दा वेपर्स विच चेंज होना ਇਹਦੇ ਬੋਇਲਿੰਗ ਪੁਆਇੰਟ ਤੋਂ ਬਿਲੋ, ਇਹਨੂੰ ਆਪਾਂ ਕਹਿੰਦੇ ਇਵੈਪੋਰੇਸ਼ਨ। ਡੈਫੀਨੇਸ਼ਨ ਹੈ ਇੰਪੋਰਟੈਂਟ ਹੈ, ਯਾਦ ਕਰ ਲੈਣਾ। ਇਸ ਤੋਂ ਬਾਅਦ ਫੈਕਟਰਸ ਕਿਹੜੇ ਅਫੈਕਟ ਕਰਦੇ ਨੇ ਇਵੈਪੋਰੇਸ਼ਨ ਨੂੰ। ਫਸਟ ਪੁਆਇੰਟ ਹੈਗਾ ਇਨਕਰੀਜ਼ ਇਨ ਸਰਫੇਸ ਏਰੀਆ। ਅਤੇ ਇਹ ਤਾਂ ਬਹੁਤ ਈਜ਼ੀ ਔਰ ਬਹੁਤ ਇੰਪੋਰਟੈਂਟ ਹੈਗਾ ਕਿ ਇਵੈਪੋਰੇਸ਼ਨ ਇਜ਼ ਅ ਸਰਫੇਸ ਫਿਨੋਮੀਨਾ। ਜਿਹੜੀ ਇਵੈਪੋਰੇਸ਼ਨ ਹੁੰਦੀ ਹੈ ਉਹ ਸਰਫੇਸ ਫਿਨੋਮੀਨਾ ਹੁੰਦੀ ਹੈ। दैट मीनस जिन्नी ज़्यादा सरफेस एरिया होएगा उन्नी ज़्यादा इवैपोरेशन होएगी। फॉर एग्जाम्पल ड्राइंग आउट क्लोथ्स, जिमें एक एग्जाम्पल हैगी है बहुत इंपॉर्टेंट कि जो आप कपड़े सुखाते हैं तो जे असी गिले कपड़िया का ढेर एको जगह पर ला दीए तो वो कपड़े सुकन में बहुत टाइम लगाएंगे, मतलब ईजीली नहीं सुकणगे। और अगर असीं उही कपड़े एक तार ते खुले खुले करके पा दईए तो वो जल्दी नाल ड्राई हो जाएंगे, क्योंकि इस वेले की हैगा कि उहदा सरफेस एरिया ही वधाता। पहले असी एको ही जगह ते सारे कपड़े रखे दे, सरफेस एरिया घट सीगा, पर जिस तरह ही आपां सरफेस एरिया इनक्रीज़ किया, पूरी तार दे उत्ते कपड़े पाते तो उन्हां दा सरफेस एरिया इनक्रीज़ हो गया। और जिस तरह ही सरफेस एरिया इनक्रीज़ होया तो इवैपोरेशन भी इनक्रीज़ हो गई। इसदा मतलब है कि हैगा डायरैक्टली प्रोपोर्शनल हैगा। तुहाडे कोल क्वेश्चन पूछ सकदे आ कि सरफेस एरिया इवैपोरेशन नाल किवें रिलेटेड हैगा, तो डायरैक्टली प्रोपोर्शनल हैगा। जिमें जिमें सरफेस एरिया इनक्रीज़ करेगा उदा उदा ही इवैपोरेशन इनक्रीज़ करेगी। सैकेंड पॉइंट है डिक्रीज़ इन ह्यूमिडिटी, कि ह्यूमिडिटी का की रोल हैगा। पहली गल तो ह्यूमिडिटी कहते किनूं है, ह्यूमिडिटी हुंदी है बेसिकली कि साडी एयर विच वाटर वेपर्स का अमाउंट कितना हैगा प्रेजेंट, उन्होंने ही आपां ह्यूमिडिटी कहते हैं। ठीक है, तो जिहड़ी एयर साडे अराउंड हुंदी है ਉਹ ਡੈਫੀਨੇਟ ਅਮਾਊਂਟ ਆਫ ਵਾਟਰ ਨੂੰ ਹੋਲਡ ਕਰਕੇ ਰੱਖਦੀ ਹੈ ਗਿਵਨ ਟੈਂਪਰੇਚਰ 'ਤੇ। ਠੀਕ ਹੈ, ਉਹ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੀ ਹੋਲਡ। ਠੀਕ ਹੈ, ਓਨਾ ਹੀ ਕੁਛ ਡੈਫੀਨੇਟ ਅਮਾਊਂਟ ਉਹ ਹੋਲਡ ਕਰ ਸਕਦੀ ਹੈ। ਅਗਰ ਅਮਾਊਂਟ ਜਿਹੜਾ ਕਿ ਵਾਟਰ ਵੇਪਰਸ ਦਾ ਏਅਰ ਵਿੱਚ ਬਹੁਤ ਜ਼ਿਆਦਾ ਹੈਗਾ ਅਤੇ ਰੇਟ ਆਫ ਇਵੈਪੋਰੇਸ਼ਨ ਘੱਟ ਜਾਏਗੀ। ਠੀਕ ਹੈ, ਜਿੰਨੀ ਹਿਊਮਿਡਿਟੀ ਘੱਟ ਹੋਏਗੀ उन्नी इवैपोरेशन ज़्यादा होएगी। दैट मीनस ह्यूमिडिटी और इवैपोरेशन दोवें एक दूसरे दे इनवर्सली प्रोपोर्शनल है। जिन्नी ह्यूमिडिटी ज़्यादा इवैपोरेशन घट। नाउ द थर्ड पॉइंट इज़ इनक्रीज़ इन टैंपरेचर। देखो ये पॉइंट आप स्टार्टिंग च भी डिस्कस किया कि जिद्दां जिद्दां टैंपरेचर इनक्रीज़ करते हैं साडे कोलों वाइब्रेशन इनक्रीज़ हो जाती है किसी भी मैटर विच, तो वाइब्रेशन इनक्रीज़ होने नाल उहदी काइनैटिक एनर्जी इनक्रीज़ होंदी है। और काइनैटिक एनर्जी इनक्रीज़ होने का मतलब हैगा कि वेपर्स भी इनक्रीज़ कर जाएंगे। ठीक है, दैट मीनस कि जो टैंपरेचर इनक्रीज़ करांगे तो काइनैटिक एनर्जी भी इनक्रीज़ होएगी तो जिहड़ा वेपर्स दे अमाउंट है वो भी इनक्रीज़ कर देगा। दैट मीनस कि इवैपोरेशन टैंपरेचर दे डायरैक्टली प्रोपोर्शनल हैगा। फोर्थ पॉइंट आ गया इनक्रीज़ इन विंड स्पीड। जिमें जिमें विंड की स्पीड इनक्रीज़ करेगी वाटर वेपर्स एक दूसरे तो अवे होणगे तो अमाउंट ऑफ वाटर वेपर घट जाएगा। दैट मीनस विंड की स्पीड इनक्रीज़ होना इवैपोरेशन घटेगी। ओके, सो नैक्सट साडे कोल क्वेश्चन है कि इवैपोरेशन कॉज कूलिंग। जिमें कि ओपन वैसल होएगी ना साडे कोल ते लिक्विड कंटीन्यूसली इवैपोरेट करता रहेगा तो इवैपोरेशन दे विच साडे कोल एनर्जी लोस्ट जिहड़ी हुंदी हैगी है सिस्टम दे द्वारा वो अपनी एनर्जी नूं कंपनसेट करन लई सराउंडिंग तो एनर्जी एब्जॉर्ब करता लिक्विड, जिहदी वजह नाल साडे कोल कूलिंग आती है। ठीक है, तो सैकेंड पॉइंट जिहड़ा मेन रीजन है इसदा वो तुहानूं लर्न करना पैना। नैक्सट आपां देखांगे कुछ कंसैप्ट टॉक करते हैं, मतलब जिहड़ा हुण हजे तक आपां कीता सीगा ये सारा फुल चैप्टर तुहाडा इन्ने क टॉपिक कंपलसरी है करने। उस तो बाद थोड़ा कंसैप्ट टॉक देख लैंदे आ जिहदे विच फस्ट पॉइंट विच फॉर्मूला दिता होया जो कि बहुत इंपॉर्टेंट हैगा कि अगर आपां कैलविन नूं डिग्री सैल्सीਅस विच कन्वर्ट करना तो फिर आप 273 ऐड करांगे। और इस इक्वेशन नूं रिवर्स भी कर सकते हैं, मतलब अगर आप डिग्री सैल्सीਅस नूं कैलविन च कन्वर्ट करना तो आप माइनस कर देंगे 273। तो ये फॉर्मूला इंपॉर्टेंट है, लर्न करना पैना। सैकेंड देखो फिजिकल स्टेट ऑफ वाटर एट 0 डिग्री सैल्सीਅस। दैट मीनस कि 0 डिग्री सैल्सीਅस ते वाटर किस फॉर्म च होएगा, सॉलिड च होएगा, दैट इज़ आइस जिन्हों आप कहते हैं। तो 100 डिग्री सैल्सीਅस ते वाटर बॉयल करके इवैपोरेट कर जाता है तो गैशियस फॉर्म च होएगा। हुण क्वेश्चन इस तरह भी आ सकता है कि 250 डिग्री सैल्सीਅस ते
ਵਾਟਰ ਕਿਸ ਫਾਰਮ 'ਚ ਹੋਏਗਾ। ਅਤੇ 100 ਤੋਂ ਉੱਤੇ ਜਿੰਨਾ ਵੀ ਟੈਂਪਰੇਚਰ ਹੋਏਗਾ ਹਰ ਟੈਂਪਰੇਚਰ 'ਤੇ ਉਹ ਗੈਸ ਵਿੱਚ ਹੀ ਰਹੇਗਾ। ਇਸ ਕਰਕੇ ਅਗਰ ਤਾਂ 100 ਤੋਂ ਲੈ ਕੇ ਉੱਪਰ ਜਿੰਨੇ ਵੀ ਡਿਗਰੀ ਸੈਲਸੀਅਸ ਤੱਕ ਜਾਏਗਾ ਤਾਂ ਉਹ ਗੈਸ ਹੀ ਰਹੇਗਾ, ਅਤੇ 0 ਤੋਂ ਥੱਲੇ ਜਿੰਨੇ 'ਤੇ ਜਾਏਗਾ ਉਹ ਆਈਸ ਹੀ ਰਹੇਗਾ। ਠੀਕ ਹੈ, ਦੈਟ ਮੀਨਸ ਅਗਰ ਸਾਨੂੰ ਕੋਈ ਕਹੇ ਕਿ -4 ਡਿਗਰੀ 'ਤੇ ਵਾਟਰ ਕਿਸ ਫੋਰਮ 'ਚ ਮਿਲੇਗਾ ਤਾਂ ਉਹ ਆਈਸ ਦੀ ਫੋਰਮ 'ਚ ਮਿਲੇਗਾ। ਨਾਓ ਦਾ ਥਰਡ ਪੁਆਇੰਟ ਇਜ਼ ਲਿਕੁਇਫਿਕੇਸ਼ਨ ਆਫ ਐਨੀ ਗੈਸ। ਅਤੇ ਕੁਐਸਚਨ ਤੁਹਾਡੇ ਲਾਸਟ ਈਅਰ ETT ਦੇ ਪੇਪਰ 'ਚ ਆਇਆ ਵੀ ਹੋਇਆ ਸੀ। ਲਿਕੁਇਫਿਕੇਸ਼ਨ ਆਫ ਗੈਸ ਜਿਹੜਾ ਹੈਗਾ ਉਹ ਕਿਸ ਕੰਡੀਸ਼ਨ 'ਚ ਫੇਵਰੇਬਲ ਹੁੰਦਾ। ਲਿਕੁਇਫਿਕੇਸ਼ਨ ਆਫ ਗੈਸ ਜਿਹੜਾ ਉਹ ਹਾਈ ਪ੍ਰੈਸ਼ਰ ਅਤੇ ਲੋ ਟੈਂਪਰੇਚਰ 'ਤੇ ਫੇਵਰੇਬਲ ਹੁੰਦਾ। ਹੁਣ ਨੈਕਸਟ ਹੈਗਾ ਪੁਆਇੰਟ ਨੰਬਰ 4th ਕਿ ਜਦੋਂ ਆਪਾਂ ਆਪਣੇ ਹੱਥ 'ਤੇ ਐਸੀਟੋਨ ਜਾਂ ਪਰਫਿਊਮ ਜਾਂ ਪੈਟਰੋਲ ਲਗਾਉਂਦੇ ਆ ਅਤੇ ਕੂਲਿੰਗ ਇਫੈਕਟ ਸ਼ੋ ਕਰਦਾ ਉਹ ਹੱਥ 'ਤੇ, ਮਤਲਬ ਜਿਹੜਾ ਸਾਡੀ ਹਥੇਲੀ ਹੈ ਉਹ ਠੰਡੀ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈਗਾ, ਕਿਉਂਕਿ ਇਹ ਜਿਹੜੇ ਸਾਰੇ ਲਿਕੁਇਡਸ ਹੈਗੇ ਆ ਜਿਵੇਂ ਐਸੀਟੋਨ, ਪਰਫਿਊਮ ਅਤੇ ਪੈਟਰੋਲ, ਇਹ ਸਾਰੇ ਵੋਲੇਟਾਈਲ ਲਿਕੁਇਡ ਹੈ। ਵੋਲੇਟਾਈਲ ਲਿਕੁਇਡ ਦਾ ਮਤਲਬ ਹੁੰਦਾ ਕਿ ਜਿਹੜੇ ਲਿਕੁਇਡਸ ਜਲਦੀ ਨਾਲ ਇਵੈਪੋਰੇਟ ਕਰ ਜਾਂਦੇ ਆ। ਠੀਕ ਹੈ, ਅਤੇ ਦੈਟ ਮੀਨਸ ਕਿ ਇਹਨਾਂ ਦਾ ਬੋਇਲਿੰਗ ਪੁਆਇੰਟ ਜਿਹੜਾ ਉਹ ਘੱਟ ਹੁੰਦਾ, ਅਤੇ ਬੋਇਲਿੰਗ ਪੁਆਇੰਟ ਘੱਟ ਹੋਣ ਦੀ ਵਜ੍ਹਾ ਨਾਲ ਇਵੈਪੋਰੇਸ਼ਨ ਹੁੰਦੀ ਹੈ, ਅਤੇ ਪਹਿਲੇ ਹੀ ਆਪਾਂ ਪੜ੍ਹ ਚੁੱਕੇ ਹਾਂ ਕਿ ਇਵੈਪੋਰੇਸ਼ਨ ਨਾਲ ਕੂਲਿੰਗ ਕੋਜ਼ ਹੁੰਦੀ ਹੈ, ਅਤੇ ਇਸ ਕਰਕੇ ਇਹ ਪੁਆਇੰਟ ਵੀ ਇੰਪੋਰਟੈਂਟ ਹੈ। ਨੈਕਸਟ 5th ਦੇਖੋ, ਐਗਜ਼ਾਮਪਲ ਆਫ ਸਬਲੀਮੇਸ਼ਨ। ਮੈਂ ਪਿੱਛੇ ਵੀ ਜਦੋਂ ਆਪਾਂ ਕੰਸੈਪਟ ਡਿਸਕਸ ਕਰ ਰਹੇ ਸੀ ਉਹਦੇ ਵਿੱਚ ਦੱਸਿਆ ਸੀ ਕਿ ਨੈਪਥਲੀਨ ਬੋਲਸ ਹੈਗੀਆਂ ਜਿਹੜੀਆਂ ਉਹ ਐਗਜ਼ਾਮਪਲ ਹੈਗੀ ਹੈ ਸਬਲੀਮੇਸ਼ਨ ਦੀ। ਔਰ ਇਹਦੇ ਵਿੱਚ ਕੀ ਹੁੰਦਾ, ਸਾਡੇ ਕੋਲ ਸੋਲਿਡ ਤੋਂ ਡਾਇਰੈਕਟ ਟ੍ਰਾਂਜੀਸ਼ਨ ਹੁੰਦੀ ਹੈ ਗੈਸ਼ੀਅਸ ਫਾਰਮ 'ਚ। ਦੈਟ ਮੀਨਸ ਦਿਸ ਇਜ਼ ਅ ਟਾਈਪ ਆਫ ਇਵੈਪੋਰੇਸ਼ਨ। ਨਾਓ ਦ ਨੈਕਸਟ ਪੁਆਇੰਟ ਇਜ਼ 6th ਪੁਆਇੰਟ, ਸਟੀਮ ਪ੍ਰੋਡਿਊਸਿਸ ਮੋਰ ਸੀਵੀਅਰ ਬਰਨਸ ਦੈਨ ਬੋਇਲਿੰਗ ਵਾਟਰ। ਮਤਲਬ ਅਗਰ ਆਪਾਂ ਕੰਪੇਅਰ ਕਰਨਾ ਹੋਏ ਕਿ ਬੋਇਲਿੰਗ ਵਾਟਰ ਜ਼ਿਆਦਾ ਜਲਾ ਸਕਦਾ ਜਾਂ ਫਿਰ ਸਟੀਮ ਜ਼ਿਆਦਾ ਜਲਾ ਸਕਦੀ ਹੈ, ਅਤੇ ਸਟੀਮ ਸਾਡੇ ਕੋਲੋਂ ਜ਼ਿਆਦਾ ਸੀਵੀਅਰ ਬਰਨ ਕਰੇਗੀ, ਕਿਉਂਕਿ ਸਟੀਮ ਦੇ ਵਿੱਚ ਜਿਹੜੀ ਸਾਡੇ ਕੋਲੋਂ ਹਾਇਰ ਐਨਰਜੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਐਨਰਜੀ ਜਿਹੜੀ ਹੁੰਦੀ ਹੈ ਉਹ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ ਹੁੰਦੀ ਹੈ। ਹੁਣ ਲੇਟੈਂਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਹਿਡਨ ਫਾਰਮ ਆਫ ਐਨਰਜੀ ਹੁੰਦੀ ਹੈ ਉਹਨੂੰ ਲੇਟੈਂਟ ਹੀਟ ਕਹਿੰਦੇ ਹੈਗੇ ਆ, ਅਤੇ ਸਟੀਮ ਓਬਵੀਅਸ ਜੀ ਗੱਲ ਹੈ ਕਿ ਵੇਪਰ ਹੁੰਦੇ ਆ, ਇਸ ਕਰਕੇ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ ਆਪਾਂ ਕਹਿੰਦੇ ਆ ਉਹਨੂੰ, ਅਤੇ ਉਹ ਜ਼ਿਆਦਾ ਸੀਵੀਅਰ ਬਰਨਸ ਦਿੰਦੀ ਹੈ ਐਜ਼ ਕੰਪੇਅਰ ਟੂ ਬੋਇਲਿੰਗ ਵਾਟਰ। ਅਤੇ ਇਹ ਤਾਂ ਸੀਗੇ ਸਾਡੇ ਕੋਲੋਂ ਇੰਪੋਰਟੈਂਟ ਪੁਆਇੰਟਸ ਜਿਹਨੂੰ ਤੁਸੀਂ ਲਰਨ ਕਰਨਾ ਹੈ। ਹੁਣ ਇੱਥੇ ਕੁਛ ਮੈਂ ਸਕਰੀਨਸ਼ੋਟ ਸ਼ੇਅਰ ਕਰ ਰਹੀ ਹਾਂ ਜਿਹਦੇ ਵਿੱਚ ਸੋਲਿਡ ਲਿਕੁਇਡ ਗੈਸਿਸ ਦੇ ਕਰੈਕਟਰਿਸਟਿਕਸ ਨੇ ਹੈਗੇ ਨੇ, NCERT ਦੀ ਬੁੱਕ ਤੋਂ ਲਏ ਗਏ ਨੇ। ਅਗਰ ਤੁਹਾਨੂੰ ਪਹਿਲੇ ਰਿਟਨ ਫੋਰਮ ਵਾਲੇ ਵਿੱਚ ਕੁਛ ਪ੍ਰੋਬਲਮ ਆਏ ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਬਾਅਦ ਕੁਛ ਕੁਐਸਚਨ ਸ਼ੇਅਰ ਕਰ ਰਹੀ ਹਾਂ ਮੈਂ, ਜਿਨ੍ਹਾਂ ਦੇ ਆਨਸਰ ਤੁਸੀਂ ਸੋਲਵ ਕਰਨੇ ਦੀ ਕੋਸ਼ਿਸ਼ ਕਰਨਾ। ਅਗਰ ਤੇ ਸੋਲਵ ਹੋ ਜਾਂਦੇ ਆ ਤਾਂ ਵੈਲ ਐਂਡ ਗੁੱਡ, ਔਰ ਅਗਰ ਨਹੀਂ ਪਤਾ ਚੱਲੇਗਾ ਕੁਛ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਕੁਐਰੀਜ਼ ਦੱਸ ਸਕਦੇ ਹੋ, ਅਤੇ ਉਹਨਾਂ ਦੇ ਆਨਸਰ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਪਿਕ ਕਰਾਂਗੀ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।